Good morning, students. Welcome to GTV College for Women ਲੇਲ ਖੁਰਦ। ਪਿਆਰੇ ਵਿਦਿਆਰਥੀਓ, ਆਪ ਸਭ ਦਾ ਪੰਜਾਬੀ ਲਾਜ਼ਮੀ ਦੀ ਇਸ ਕਲਾਸ ਦੇ ਵਿੱਚ ਬਹੁਤ ਸਵਾਗਤ ਹੈ। ਇਸ ਤੋਂ ਪਹਿਲਾਂ ਆਪਾਂ 2 ਕਹਾਣੀਆਂ ਪੜ੍ਹ ਚੁੱਕੇ ਹਾਂ। ਅੱਜ ਆਪਾਂ ਅਗਲੀ ਕਹਾਣੀ ਪੜ੍ਹਾਂਗੇ ਤ੍ਰਿਸ਼ਨਾ। ਠੀਕ ਹੈ ਜੀ। ਕਹਿੰਦੇ ਤ੍ਰਿਸ਼ਨਾ ਦਾ ਭਾਵ ਕੀ ਹੁੰਦਾ ਹੈ। ਵੈਸੇ ਤਾਂ ਤ੍ਰਿਸ਼ਨਾ ਦੇ ਬਹੁਤ ਸਾਰੇ ਅਰਥ ਨੇ, ਪਰ ਜੇਕਰ ਆਪਾਂ ਗੱਲ ਕਰੀਏ ਤ੍ਰਿਸ਼ਨਾ ਦਾ ਇਸ ਦੇ ਵਿੱਚ ਜੋ ਅਰਥ ਆਪਾਂ ਪੜ੍ਹਨ ਤੋਂ ਬਾਅਦ ਕੱਢਦੇ ਹਾਂ, ਉਸ ਦਾ ਅਰਥ ਨਿਕਲਦਾ ਹੈ ਭੁੱਖ। ਠੀਕ ਹੈ ਜੀ। ਕਿਸੇ ਵੀ ਚੀਜ਼ ਦਾ ਲਾਲਚ ਹੋਣਾ ਉਹ ਵੀ ਤ੍ਰਿਸ਼ਨਾ ਹੀ ਹੁੰਦੀ ਹੈ। ਕਿਸੇ ਚੀਜ਼ ਦੇ ਲਈ ਹੋਮੇ ਆ ਜਾਣਾ ਉਹ ਵੀ ਤ੍ਰਿਸ਼ਨਾ ਹੁੰਦੀ ਹੈ। ਪਰ ਇੱਥੇ ਜਦੋਂ ਆਪਾਂ ਕਹਾਣੀ ਨੂੰ ਪੜ੍ਹਦੇ ਹਾਂ ਤਾਂ ਵਿੱਚੋਂ ਜੋ ਲੁਕਵੇਂ ਅਰਥ ਨੇ ਤ੍ਰਿਸ਼ਨਾ ਦੇ, ਉਹ ਭੁੱਖ ਹੀ ਨਜ਼ਰ ਆਉਂਦੇ ਨੇ। ਤ੍ਰਿਸ਼ਨਾ ਕਿਸੇ ਚੀਜ਼ ਨੂੰ ਲੈ ਕੇ, ਠੀਕ ਹੈ, ਕਿਸੇ ਚੀਜ਼ ਦੀ ਭੁੱਖ ਹੋਣਾ, ਉਸ ਨੂੰ ਇਸ ਦੇ ਵਿੱਚ ਤ੍ਰਿਸ਼ਨਾ ਕਿਹਾ ਗਿਆ ਹੈ। ਬਹੁਤ ਹੀ ਸੋਹਣੀ ਕਹਾਣੀ ਹੈ। ਠੀਕ ਹੈ ਜੀ। ਅੱਜ ਦੇ ਸਮਾਜ ਦੇ ਵਿੱਚ ਜੋ ਲੜਕੀ ਨੂੰ ਲੈ ਕੇ ਸੋਚ ਹੈ ਉਸ ਦੇ ਉੱਪਰ ਢੁਕਵੀਂ ਹੈ। ਕਹਿੰਦੇ ਭਾਵੇਂ ਆਪਾਂ ਕਹਿ ਦਿੰਦੇ ਹਾਂ ਕਿ ਅੱਜ ਕੱਲ੍ਹ ਕੁੜੀਆਂ ਨੂੰ ਬਰਾਬਰ ਦਾ ਸਥਾਨ ਮਿਲਿਆ ਹੋਇਆ ਹੈ, ਪਰ ਫਿਰ ਵੀ ਕਹਿੰਦੇ ਜੋ ਮਾਨਸਿਕ ਸੋਚ ਹੈ ਉਸ ਨੂੰ ਆਪਾਂ ਬਦਲ ਨਹੀਂ ਸਕਦੇ। ਉਹ ਉੱਥੇ ਦੀ ਉੱਥੇ ਹੀ ਖੜੀ ਹੈ। 100 ਦੇ ਵਿੱਚੋਂ ਕੋਈ 50% ਲੋਕ ਨੇ ਜੋ ਇਸ ਤਰ੍ਹਾਂ ਸੋਚਦੇ ਨੇ, ਪਰ 50% ਹਜੇ ਵੀ ਉੱਥੇ ਹੀ ਖੜੇ ਨੇ। ਸੋ ਇਸ ਤਰ੍ਹਾਂ ਦੀ ਹੀ ਇਹ ਇੱਕ ਕਹਾਣੀ ਹੈ। ਤਾਂ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਨੂੰ ਸੁਣਨਾ ਵੀ ਹੈ ਅਤੇ ਬਾਅਦ ਦੇ ਵਿੱਚ ਖੁਦ ਵੀ ਪੜ੍ਹਨਾ ਹੈ। ਠੀਕ ਹੈ ਜੀ। ਓਕੇ, ਚਲੋ ਜੀ। ਆਪਾਂ ਹੁਣ ਸਭ ਤੋਂ ਪਹਿਲਾਂ ਇਸ ਦਾ ਵਿਸ਼ਾ ਸ਼ੁਰੂ ਕਰਾਂਗੇ, ਫਿਰ ਆਪਾਂ ਇਸ ਦੀ ਕਹਾਣੀ ਪੜ੍ਹਾਂਗੇ। ਪਹਿਲਾਂ ਆਪਾਂ ਇਸ ਦਾ ਵਿਸ਼ਾ ਦੇਖਾਂਗੇ ਵੀ ਇਸ ਦੇ ਵਿੱਚ ਦੱਸਿਆ ਕੀ ਹੋਇਆ। ਠੀਕ ਹੈ ਜੀ। ਕਹਿੰਦੇ ਜਿਹੜੀ ਤ੍ਰਿਸ਼ਨਾ ਕਹਾਣੀ ਹੈ ਉਸਦਾ ਵਿਸ਼ਾ ਕੀ ਹੈ। ਤ੍ਰਿਸ਼ਨਾ ਕਹਾਣੀ ਦੀ ਜੋ ਰਚਨਾ ਹੈ ਉਹ ਕਰਤਾਰ ਸਿੰਘ ਦੁੱਗਲ ਨੇ ਕੀਤੀ ਹੈ, ਅਤੇ ਇਸ ਦੇ ਵਿੱਚ ਜਿਹੜਾ ਮੇਨ ਪਾਤਰ ਹੈ ਉਹ ਰਜਨੀ ਹੈ। ਠੀਕ ਹੈ ਜੀ। ਜੋ ਮੇਨ ਪਾਤਰ ਹੈ ਉਹ ਰਜਨੀ ਹੈ, ਇੱਕ ਲੜਕੀ ਹੈ। ਠੀਕ ਹੈ। ਉਸ ਦੀ ਹੀ ਸਥਿਤੀ ਇਸ ਦੇ ਵਿੱਚ ਬਿਆਨ ਕੀਤੀ ਗਈ ਹੈ ਤ੍ਰਿਸ਼ਨਾ ਨੂੰ ਲੈ ਕੇ। ਤ੍ਰਿਸ਼ਨਾ ਕੌਣ ਹੈ ਇਸ ਦੇ ਵਿੱਚ ਤੁਹਾਨੂੰ ਕਹਾਣੀ ਪੜ੍ਹਨ ਦੇ ਨਾਲ ਹੀ ਪਤਾ ਲੱਗੇਗਾ। ਜੇਕਰ ਮੈਂ ਪਹਿਲਾਂ ਦੱਸ ਦਿੱਤਾ ਤਾਂ ਤੁਹਾਡਾ ਸਾਰਾ ਜਿਹੜਾ ਸਸਪੈਂਸ ਹੈ ਉਹ ਖਤਮ ਹੋ ਜਾਣਾ। ਚਲੋ ਜੀ, ਹੁਣ ਆਪਾਂ ਅੱਗੇ ਕਹਾਣੀ ਸਟਾਰਟ ਕਰਨ ਜਾ ਰਹੇ ਹਾਂ। ਕਹਿੰਦੇ ਤ੍ਰਿਸ਼ਨਾ ਕਹਾਣੀ ਕਰਤਾਰ ਸਿੰਘ ਦੁੱਗਲ ਦੀ ਰਚਨਾ ਹੈ। ਇਸ ਦਾ ਵਿਸ਼ਾ ਅੱਜ ਦੇ ਬਹੁਤ ਚਰਚਿਤ ਮੁੱਦੇ ਭਰੂਣ ਹੱਤਿਆ ਨੂੰ ਫੋਕਸ ਦੇ ਵਿੱਚ ਲਿਆਉਣਾ ਦੇ ਨਾਲ ਆਧੁਨਿਕ ਆਖੇ ਜਾਣ ਵਾਲੇ ਸਮਾਜ ਦੇ ਵਿੱਚ ਮਰਦ ਦੀ ਧੌਂਸ ਅਤੇ ਸਰਦਾਰੀ ਦੇ ਹਵਾਲੇ ਨਾਲ ਔਰਤ ਦੀ ਹੀਨ ਅਤੇ ਵਸਤੂ ਹੋਂਦ ਬਿਰਤਾਂਤ ਦੀ ਸਿਰਜਣਾ। ਕਹਿਣ ਦਾ ਮਤਲਬ ਇਸ ਦੇ ਵਿੱਚ ਭਰੂਣ ਹੱਤਿਆ ਦਾ ਜੋ ਮਾਮਲਾ ਹੈ, ਇੱਕ ਤਾਂ ਉਸ ਦੇ ਉੱਤੇ ਫੋਕਸ ਕੀਤਾ ਗਿਆ ਹੈ। ਦੂਜਾ ਕੀ ਹੈ ਵੀ ਇਸ ਸਮਾਜ ਦੇ ਵਿੱਚ, ਅੱਜ ਦੇ ਸਮਾਜ ਦੇ ਵਿੱਚ ਵੀ ਜੋ ਮਰਦ ਹੈ ਉਹ ਔਰਤ ਦੇ ਉੱਤੇ ਆਪਣੀ ਸਰਦਾਰੀ ਦਿਖਾਉਂਦਾ ਹੈ, ਆਪਣੀ ਧੌਂਸ ਦਿਖਾਉਂਦਾ ਹੈ, ਅਤੇ ਔਰਤ ਨੂੰ ਇੱਕ ਵਸਤੂ ਹੋਣ ਦਾ ਮਤਲਬ, ਇੱਕ ਵਸਤੂ ਹੋਣ ਦਾ ਜੋ ਅਹਿਸਾਸ ਹੈ ਉਹ ਕਰਾਉਂਦਾ ਹੈ। ਵਸਤੂ ਹੋਣ ਦਾ ਜੋ ਬਿਰਤਾਂਤ ਦੀ ਸਿਰਜਣਾ ਮਤਲਬ ਉਸਨੂੰ ਇੱਕ ਵਸਤੂ ਦੀ ਤਰ੍ਹਾਂ ਹੀ ਸਮਝਦਾ ਹੈ। ਕਹਿੰਦੇ ਕਹਾਣੀ ਦੇ ਵਿੱਚ ਰਜਨੀ ਇੱਕ ਪੜ੍ਹੀ ਲਿਖੀ ਇਸਤਰੀ ਹੈ ਜੋ ਕਿ ਆਪਣੀ ਮਰਜ਼ੀ ਦੇ ਨਾਲ ਆਪਣਾ ਪਤੀ ਚੁਣਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਅਤੇ ਉਸ ਦੇ ਨਾਲ ਖੁਸ਼ੀ ਭਰੇ ਦਿਨ ਗੁਜ਼ਾਰਦੀ ਹੈ। ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ। ਠੀਕ ਹੈ, ਉਹਨਾਂ ਦੇ ਵਿਆਹ ਤੋਂ। ਪਰੰਤੂ ਕਹਿੰਦੇ ਜਦੋਂ ਉਹ ਗਰਭਵਤੀ ਹੁੰਦੀ ਹੈ ਤਾਂ ਉਸਦਾ ਪਤੀ ਮੈਜਿਸਟ੍ਰੇਟ, ਪ੍ਰੇਮੀ ਪਤੀ, ਮੈਜਿਸਟ੍ਰੇਟ ਲੱਗਿਆ ਹੁੰਦਾ ਉਸਦਾ ਪਤੀ, ਜੋ ਕਿ ਉਸਦਾ ਪ੍ਰੇਮੀ ਵੀ ਹੈ, ਜੋ ਕਿ ਕਹਿੰਦੇ ਲੋਕਾਂ ਨੂੰ ਨਿਆਂ ਦਿੰਦਾ ਹੈ। ਉਹ ਜਿੱਦ ਕਰਦਾ ਹੈ ਕਿ ਉਹ ਪਤਾ ਲਾਉਣ ਲਈ ਸਕਰੀਨਿੰਗ ਕਰਾਵੇ। ਕਹਿੰਦੇ ਜਦੋਂ ਰਜਨੀ ਗਰਭਵਤੀ ਹੁੰਦੀ ਹੈ ਤਾਂ ਉਸਦਾ ਪਤੀ ਜਿੱਦ ਕਰਦਾ ਹੈ ਕਿ ਉਹ ਸਕਰੀਨਿੰਗ ਕਰਾ ਕੇ ਪਤਾ ਕਰਨਾ ਚਾਹੁੰਦਾ ਕਿ ਉਸਦੇ ਪੇਟ ਦੇ ਵਿੱਚ ਬੇਟਾ ਹੈ ਜਾਂ ਬੇਟੀ, ਕਿਉਂਕਿ ਉਹ ਬੇਟਾ ਚਾਹੁੰਦਾ ਹੈ। ਸੋ ਦੇਖੋ ਬੇਟੇ, ਅੱਜ ਦੇ ਸਮਾਜ ਦੇ ਵਿੱਚ ਹੁਣ ਵੀ ਲੋਕ ਇੱਦਾਂ ਦੀ ਸੋਚ ਰੱਖਦੇ ਨੇ। ਕਹਿਣ ਨੂੰ ਤਾਂ ਕੁੜੀਆਂ ਨੂੰ ਬਰਾਬਰ ਦਾ ਦਰਜਾ ਦਿੰਦੇ ਨੇ, ਪਰ ਉਹਨਾਂ ਦੀ ਜੋ ਸੋਚ ਹੈ ਉਸ ਨੂੰ ਬਦਲਣਾ ਬਹੁਤ ਮੁਸ਼ਕਿਲ ਹੈ। ਇਸ ਨੂੰ ਬਹੁਤ ਟਾਈਮ ਲੱਗੇਗਾ, ਅਜੇ ਵੀ ਬਹੁਤ ਟਾਈਮ ਲੱਗੇਗਾ ਇਸ ਨੂੰ ਬਦਲਣ ਦੇ ਲਈ। ਕਹਿੰਦੇ ਇਸ ਤਰ੍ਹਾਂ ਉਹ ਉਸਦੇ ਮਾਂ ਬਣਨ ਅਤੇ ਬੱਚਾ ਪੈਦਾ ਕਰਨ ਦੇ ਮਹੱਤਵਪੂਰਨ ਫੈਸਲੇ ਦਾ ਅਧਿਕਾਰ ਆਪਣੇ ਕੋਲ ਰੱਖਦਾ ਹੈ। ਕਹਿਣ ਦਾ ਮਤਲਬ ਵੀ ਕਿ ਉਸਨੇ ਮਾਂ ਬਣਨ ਅਤੇ ਬੱਚਾ ਪੈਦਾ ਕਰਨਾ ਹੈ ਜਾਂ ਨਹੀਂ, ਉਸਦਾ ਪਤੀ ਇਹ ਅਧਿਕਾਰ ਆਪਣੇ ਕੋਲ ਰੱਖਦਾ ਹੈ। ਜਿਵੇਂ ਹੀ ਉਹ ਇਹ ਫੈਸਲਾ ਦੇਣ ਦੇ ਲਈ ਮੈਜਿਸਟ੍ਰੇਟ ਹੋਵੇ, ਕਹਿੰਦੇ ਜਿਵੇਂ ਇਹ ਫੈਸਲਾ ਜੋ ਕਿ ਇੱਕ ਘਰੇਲੂ ਫੈਸਲਾ ਹੈ ਉਸ ਨੂੰ ਦੇਣ ਦੇ ਲਈ ਵੀ ਇੱਕ ਮੈਜਿਸਟ੍ਰੇਟ ਹੋਵੇ, ਇਸ ਤਰ੍ਹਾਂ ਦਾ ਜਿਹੜਾ ਵਿਵਹਾਰ ਹੈ ਉਹ ਕਰਦਾ ਹੈ। ਕਹਿੰਦੇ ਰਜਨੀ ਨੇ ਬਥੇਰਾ ਵਿਰੋਧ ਕੀਤਾ, ਪਰੰਤੂ ਅੰਤ ਹਾਰ ਕੇ ਉਹ ਰਾਜੀ ਹੋ ਗਈ ਅਤੇ ਸਕਰੀਨਿੰਗ ਕਰਵਾ ਕੇ
ਇਹ ਪਤਾ ਲੱਗਾ ਕਿ ਉਸਦੇ ਪੇਟ ਵਿੱਚ ਬੇਟੀ ਹੈ ਤਾਂ ਉਸਦਾ ਪਤੀ ਦਾ ਜਿਹੜਾ ਮੂੰਹ ਹੈ ਉਹ ਲੈ ਗਿਆ ਤੇ ਚਿਹਰਾ ਪੀਲਾ ਭੂਕ ਹੋ ਗਿਆ। ਜਦੋਂ ਕਿ ਰਜਨੀ ਤਾਂ ਬੇਟੀ ਦੀ ਉਡੀਕ ਕਰ ਰਹੀ ਸੀ। ਕਹਿੰਦੇ ਰਜਨੀ ਨੂੰ ਤਾਂ ਬੇਟੀ ਦੀ ਵੀ ਉਡੀਕ ਹੀ ਸੀ, ਉਹ ਚਾਹੁੰਦੀ ਸੀ ਕਿ ਉਸ ਕੋਲ ਬੇਟੀ ਹੋਵੇ, ਪਰ ਕਹਿੰਦੇ ਪਰੰਤੂ ਉਸਦੇ ਪਤੀ ਨੇ ਉਹ ਜਿੱਦ ਫੜੀ ਹੋਈ ਸੀ ਕਿ ਉਹ ਸਫਾਈ ਕਰਾ ਦੇਵੇ, ਮਤਲਬ ਅਬੋਰਸ਼ਨ ਕਰਵਾ ਦੇਵੇ। ਰਜਨੀ ਕਹਿੰਦੀ ਰਹੀ ਕਿ ਉਹ ਅੱਗੋਂ ਬੇਟਾ ਪੈਦਾ ਕਰ ਲੈਣਗੇ, 1 ਵਰ੍ਹੇ ਦੀ ਤਾਂ ਗੱਲ ਹੈ। ਪਰੰਤੂ ਪ੍ਰਤੂਲ, ਜੋ ਕਿ ਉਸਦੇ ਪਤੀ ਦਾ ਹੀ ਨਾਮ ਹੈ, ਪ੍ਰਤੂਲ ਨੇ ਉਸਦੀ ਇੱਕ ਨਾ ਸੁਣੀ ਤੇ ਉਹ ਉਸਦੇ ਗਰਭ ਦੀ ਸਫਾਈ ਦੇ ਲਈ ਇੰਨਾ ਤੁਲਿਆ ਹੋਇਆ ਸੀ ਕਿ ਉਹ ਉਸਦੀ ਰਜਾਮੰਦੀ ਤੋਂ ਬਿਨਾਂ ਹੀ ਵੈਲਫੇਅਰ ਸੈਂਟਰ ਤੋਂ ਤਰੀਕ ਲੈ ਆਇਆ। ਅੰਤ ਉਸਦੀ ਜਿੱਦ ਅੱਗੇ ਹਾਰ ਕੇ ਰਜਨੀ ਸੈਂਟਰ ਦੇ ਵਿੱਚ ਪਹੁੰਚੀ ਅਤੇ ਲੇਡੀ ਡਾਕਟਰ ਨੇ ਉਸਦੀ ਗਰਭ ਦੀ ਕੀ ਹੈ ਸਫਾਈ ਕਰ ਦਿੱਤੀ। ਕਹਿੰਦੇ ਰਜਨੀ ਨੇ ਉਸ ਨੂੰ ਦੱਸਿਆ ਕਿ ਉਹ ਜੋ ਕੁਝ ਵੀ ਕਰਵਾ ਰਹੀ ਹੈ ਉਹ ਕੰਮ ਉਸ ਕੰਮ ਤੋਂ ਨਫ਼ਰਤ ਹੈ। ਉਹ ਆਪਣੀ ਬੇਟੀ ਨੂੰ ਪਿਆਰ ਕਰਦੀ ਹੈ ਅਤੇ ਉਸਨੇ ਤਾਂ ਉਸਦਾ ਨਾਮ ਵੀ ਰੱਖਿਆ ਹੋਇਆ ਹੈ ਤ੍ਰਿਸ਼ਨਾ। ਸੋ ਕਹਿਣ ਦਾ ਭਾਵ ਜੋ ਰਜਨੀ ਦੇ ਪੇਟ ਦੇ ਵਿੱਚ ਬੱਚਾ ਸੀ ਉਹ ਲੜਕੀ ਸੀ, ਉਸ ਨੇ ਪਹਿਲਾਂ ਹੀ ਉਸਦਾ ਨਾਮ ਤ੍ਰਿਸ਼ਨਾ ਰੱਖ ਦਿੱਤਾ ਸੀ। ਕਹਿੰਦੇ ਇਸੇ ਦੇ ਆਧਾਰ 'ਤੇ ਇਹ ਕਹਾਣੀ ਦਾ ਨਾਮ ਹੈ ਤ੍ਰਿਸ਼ਨਾ, ਜੋ ਕਿ ਉਸ ਨੂੰ ਚਾਹ ਕੇ ਵੀ ਨਹੀਂ ਮਿਲੀ। ਮਤਲਬ ਉਸਦੀ ਜੋ ਭੁੱਖ ਸੀ ਬੇਟੀ ਨੂੰ ਪ੍ਰਾਪਤ ਕਰਨ ਦੀ ਉਹ ਉਸ ਨੂੰ ਮਿਲੀ ਹੀ ਨਹੀਂ, ਉਹ ਉਸ ਨੂੰ ਪ੍ਰਾਪਤ ਹੀ ਨਹੀਂ ਹੋਈ ਤੇ ਇਸੇ ਹੀ ਭੁੱਖ ਨੂੰ ਮਤਲਬ ਤ੍ਰਿਪਤ ਕਰਨ ਦੇ ਲਈ ਉਹ ਦੂਜੇ ਬੱਚਿਆਂ ਨੂੰ ਕੀ ਹੈ ਪਿਆਰ ਕਰਦੀ ਇਸ ਕਹਾਣੀ ਵਿੱਚ ਦਿਖਾਈ ਗਈ ਹੈ। ਕਹਿੰਦੇ ਇਸ ਤਰ੍ਹਾਂ ਅਣਮੰਨੇ ਮਨ ਦੇ ਨਾਲ ਉਹ ਪ੍ਰੇਮੀ ਪਤੀ ਦੀ ਜਿੱਦ ਅੱਗੇ ਮਜਬੂਰ ਹੋਈ ਤੇ ਇਹ ਸਭ ਕੁਝ ਕਰਵਾ ਲੈਂਦੀ ਹੈ। ਕਹਿੰਦੇ ਇਸ ਪਿੱਛੋਂ ਘਰ ਆ ਕੇ ਉਹ ਬੁਰੀ ਤਰ੍ਹਾਂ ਬੇਚੈਨ ਹੋ ਜਾਂਦੀ ਹੈ, ਜਦੋਂ ਕਿ ਪ੍ਰਤੂਲ ਬੜਾ ਖੁਸ਼ ਦਿਖਾਈ ਦਿੰਦਾ ਹੈ। ਕਹਿੰਦੇ ਉਹ ਇਸ ਨੂੰ ਇੱਕ ਸਧਾਰਨ ਗੱਲ ਸਮਝਦਾ ਹੋਇਆ ਉਸ ਨੂੰ ਆਪਣੇ ਨਾਲ ਕਲੱਬ ਜਾਣ ਦੇ ਲਈ ਕਹਿੰਦਾ ਹੈ, ਪਰ ਕਹਿੰਦੇ ਮਾਨਸਿਕ ਪੀੜਾ ਦੇ ਨਾਲ ਕਲਵਲ ਹੋਈ ਰਜਨੀ ਉਸਦੇ ਨਾਲ ਨਹੀਂ ਜਾਂਦੀ, ਕਿਉਂਕਿ ਮਾਨਸਿਕ ਤੌਰ 'ਤੇ ਉਹ ਕਹਿੰਦੇ ਦੁਖੀ ਸੀ, ਪਰ ਪ੍ਰਤੂਲ ਨੂੰ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਸੀ ਪੈ ਰਿਹਾ। ਕਹਿੰਦੇ ਮਾਨਸਿਕ ਪੀੜਾ ਦੇ ਨਾਲ ਉਹ ਕਲਵਲ ਹੋਈ ਰਜਨੀ ਉਸਦੇ ਨਾਲ ਨਹੀਂ ਜਾਂਦੀ ਤੇ ਘਰ ਬੈਠੀ ਫੁੱਟ ਕੇ ਰੋਂਦੀ ਹੋਈ ਅਥਰੂ ਬਹਾਉਂਦੀ ਰਹਿੰਦੀ ਹੈ ਤੇ ਆਪਣੀ ਬੱਚੀ ਤੋਂ ਬਾਰ-ਬਾਰ ਮਾਫੀਆਂ ਮੰਗਦੀ ਹੋਈ ਕਹਿੰਦੀ ਹੈ ਕਿ ਉਹ ਇੱਕ ਵਾਰ ਉਸ ਨੂੰ ਅੰਮੀ ਕਹਿ ਕੇ ਪੁਕਾਰੇ ਅਤੇ ਕਲੱਬ ਤੋਂ ਪਰਤ ਕੇ ਪ੍ਰਤੂਲ ਰਜਨੀ ਦੀਆਂ ਰੋ ਕੇ ਲਾਲ ਹੋਈਆਂ ਅੱਖਾਂ ਦਾ ਕਾਰਨ ਸਵੇਰ ਦੀ ਜੋ ਟੈਨਸ਼ਨ ਹੈ ਉਸ ਨੂੰ ਸਮਝਦਾ ਹੈ। ਕਹਿੰਦੇ ਇਸ ਪ੍ਰਕਾਰ ਰਜਨੀ ਦਾ ਪਤੀ ਪ੍ਰਤੂਲ ਉਸ ਨੂੰ ਗਰਭ ਗਿਰਾਉਣ ਦੇ ਲਈ ਜਿੱਦ ਕਰਕੇ ਬਾਰ-ਬਾਰ ਕਹਿ ਕੇ ਲਾਲ ਪੀਲਾ ਹੋ ਕੇ ਮਜਬੂਰ ਕਰ ਦਿੰਦਾ ਹੈ, ਜਿਸ ਦਾ ਸਿੱਟਾ ਰਜਨੀ ਦੀ ਮਾਨਸਿਕ ਬੇਚੈਨੀ, ਗੁਨਾਹ ਅਤੇ ਬੇਬਸੀ ਦੇ ਅਹਿਸਾਸ ਦੇ ਰੂਪ ਵਿੱਚ ਨਿਕਲਦਾ ਹੈ। ਕਹਿੰਦੇ ਜਦੋਂ ਵੀ ਕਿਸੇ ਵੀ ਮਨੁੱਖ ਦੇ ਲਈ ਨਾ ਮਾਨਸਿਕ ਤੌਰ 'ਤੇ ਸਿਹਤਮੰਦੀ ਦੀ ਨਿਸ਼ਾਨੀ ਹੈ ਅਤੇ ਨਾ ਹੀ ਸਰੀਰਕ ਤੌਰ 'ਤੇ, ਕਹਿੰਦੇ ਉਸ ਦੀ ਇਹ ਮਾਨਸਿਕ ਪੀੜਾ ਉਦੋਂ ਹੋਰ ਵੀ ਤੀਬਰ ਹੋ ਜਾਂਦੀ ਹੈ ਜਦੋਂ 5 ਸਾਲ ਤੱਕ ਉਡੀਕ ਕਰਨ ਦੇ ਬਾਵਜੂਦ ਉਹ ਮੁੜ ਗਰਭਵਤੀ ਨਹੀਂ ਹੁੰਦੀ। ਕਹਿਣ ਦਾ ਮਤਲਬ ਜਦੋਂ ਉਹ ਇੱਕ ਵਾਰ ਗਰਭ ਦੀ ਸਫਾਈ ਕਰਾ ਲੈਂਦੀ ਫਿਰ 5 ਸਾਲ ਬੀਤ ਜਾਂਦੇ ਨੇ, ਉਹਨਾਂ ਨੂੰ ਕੋਈ ਬੱਚਾ ਨਹੀਂ ਠਹਿਰਦਾ, ਵੀ 5 ਸਾਲ ਤੱਕ ਵੀ ਫਿਰ ਉਹਨਾਂ ਨੂੰ ਕੋਈ ਬੱਚਾ ਨਹੀਂ ਹੁੰਦਾ ਅਤੇ ਉਹ ਮੁੜ ਕਦੇ ਕਿਸੇ ਬੱਚੇ ਨੂੰ ਜਨਮ ਨਹੀਂ ਦੇ ਸਕੀ। ਕਹਿੰਦੇ ਉਹ ਆਪਣੇ ਮਨ ਉੱਤੋਂ ਗੁਨਾਹ ਦਾ ਅਹਿਸਾਸ ਨੂੰ ਦੂਰ ਕਰਨ ਦੇ ਲਈ ਠੀਕ ਉਸ ਦਿਨ ਜਦੋਂ ਉਸਨੇ ਸਫਾਈ ਕਰਾਈ ਸੀ ਹਰ ਵਰੇ ਪੂਜਾ ਪਾਠ ਕਰਾਉਂਦੀ ਅਤੇ ਗਰੀਬ ਬੱਚਿਆਂ ਦੇ ਵਿੱਚ ਕੀ ਹੈ ਮਿਠਾਈਆਂ, ਫਲ ਅਤੇ ਕੱਪੜੇ ਵੀ ਵੰਡਦੀ ਹੈ। ਪਰ ਕਹਿੰਦੇ ਇਹ ਗੱਲਾਂ ਵੀ ਉਸਦੇ ਜੀਵਨ ਦੇ ਵਿੱਚ ਪੈਦਾ ਹੋਏ ਖਲਾਅ ਨੂੰ ਭਰ ਨਹੀਂ ਸਕਦੀਆਂ। ਫਿਰ ਕਹਿੰਦੇ ਉਹ ਸਕੂਲ ਦੇ ਵਿੱਚ ਮੁੱਖ ਅਧਿਆਪਕਾ ਦਾ ਫਰਜ਼ ਨਿਭਾਉਂਦੀ ਹੋਈ ਸਕੂਲ ਦੇ ਵਿੱਚ ਦਾਖਲ ਹੋਈਆਂ ਬੱਚੀਆਂ ਦੇ ਨਾਮ ਤ੍ਰਿਸ਼ਨਾ ਰੱਖ ਕੇ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਲਾਉਣ ਦਾ ਤਰਲਾ ਕਰਦੀ ਹੈ। ਕਹਿਣ ਦਾ ਮਤਲਬ ਆਪਣੀ ਅਤ੍ਰਿਪਤ ਜੋ ਭੁੱਖ ਹੈ ਉਸ ਨੂੰ ਸ਼ਾਂਤ ਕਰਨ ਦੇ ਲਈ ਉਹ ਦੂਜੇ ਬੱਚਿਆਂ ਦੇ ਨਾਮ ਤ੍ਰਿਸ਼ਨਾ ਰੱਖ ਕੇ ਆਪਣੀ ਭੁੱਖ ਨੂੰ ਜੋ ਹੈ ਉਹ ਪੂਰਾ ਕਰਦੀ ਹੈ। ਕਹਿੰਦੇ ਅਤੇ ਉਸਦੇ ਇਹ ਯਤਨ ਉਸਦੇ ਅਤ੍ਰਿਪਤ ਰਹਿ ਗਏ ਮਮਤਾ ਦੇ ਜਜ਼ਬੇ ਦੀ ਤ੍ਰਿਪਤੀ ਦੇ ਲਈ ਭਾਵ ਵਿਰੇਚਨ ਦਾ ਕੰਮ ਕਰਦਾ ਹੈ ਤੇ ਉਸਦੇ ਮਾਨਸਿਕ ਸੰਤੁਲਨ ਨੂੰ ਬਣਾਏ ਰੱਖਣ ਦੇ ਵਿੱਚ ਕੀ ਹੈ ਸਹਾਈ ਹੁੰਦਾ ਹੈ। ਸੋ ਇਸ ਦੇ ਨਾਲ ਹੀ ਕਹਾਣੀਕਾਰ ਨੇ ਕਹਿੰਦੇ ਇਸ ਕਹਾਣੀ ਦੇ ਵਿੱਚ ਮਰਦ ਦੁਆਰਾ ਇਸਤਰੀ ਦੇ ਭਾਵੁਕ ਸ਼ੋਸ਼ਣ ਨੂੰ ਵਿਸ਼ੇ ਦੇ ਰੂਪ ਵਿੱਚ ਲਿਆ। ਕਹਿੰਦੇ ਵੀ ਜਿਹੜਾ ਇਸਤਰੀ ਦਾ ਹੈ ਉਹ ਉਸਦੇ ਭਾਵਨਾਵਾਂ ਦਾ ਸ਼ੋਸ਼ਣ ਹੈ ਜੋ ਮਰਦ ਦੇ ਦੁਆਰਾ ਕੀਤਾ ਜਾਂਦਾ ਹੈ, ਉਸ ਨੂੰ ਇਸ ਦਾ ਮੇਨ ਵਿਸ਼ਾ ਲਿਆ ਗਿਆ ਹੈ। ਮੁਹੱਬਤ ਦੇ ਜਜ਼ਬੇ ਦੇ ਵਿੱਚ ਬੱਝੇ ਇਸਤਰੀ ਮਰਦ ਕਹਿੰਦੇ ਇੱਕ ਦੂਜੇ ਦੇ ਲਈ ਬਰਾਬਰੀ ਦੇ ਵਿਵਹਾਰ ਦੀ ਆਸ ਕੀਤੀ ਜਾਂਦੀ ਹੈ, ਜਦੋਂ ਕਿ ਕਹਿੰਦੇ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸੀ। ਕਹਿੰਦੇ ਮੁਹੱਬਤ ਦੇ ਜਜ਼ਬੇ ਦੇ ਵਿੱਚ ਬੱਝੇ ਸਨ ਤਾਂ ਉਹ ਇੱਕ ਦੂਜੇ ਦੇ ਲਈ ਬਰਾਬਰੀ ਦਾ ਜੋ ਵਿਵਹਾਰ ਸੀ, ਮਤਲਬ ਇੱਕ ਦੂਜੇ ਨੂੰ ਬਰਾਬਰ ਹੱਕ ਦੇਣ ਦੇ ਜੋ ਆਸ ਸੀ ਉਹ ਕੀਤੀ ਜਾਂਦੀ ਹੈ। ਪਰੰਤੂ ਅਸਲ ਦੇ ਵਿੱਚ ਹੁੰਦਾ ਇਹ ਹੈ ਕਿ ਮਰਦ ਔਰਤ ਦੀ ਮੁਹੱਬਤ ਨੂੰ ਆਪਣੇ ਹਿੱਤਾਂ ਦੇ ਲਈ ਵਰਤਦਾ ਹੈ। ਇਸ ਭਾਵੁਕ ਸ਼ੋਸ਼ਣ ਦਾ ਸ਼ਿਕਾਰ ਰਜਨੀ ਪ੍ਰਤੂਲ ਦੀ ਮੁਹੱਬਤ ਦੇ ਹੁੰਗਾਰੇ ਵਜੋਂ
ਹੀ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਘਰ ਵਿੱਚ ਜਨਮ ਲੈਣ ਵਾਲੀ ਬੱਚੀ ਨੂੰ ਖਤਮ ਕਰਨ ਦੇ ਲਈ ਗਰਭਪਾਤ ਕਰਵਾ ਲੈਂਦੀ ਹੈ ਅਤੇ ਸੰਤਾਪ ਹੰਢਾਉਣਾ ਪੈਂਦਾ ਹੈ ਤੇ ਉਹ ਉਮਰ ਭਰ ਦੇ ਲਈ ਕੀ ਹੈ, ਬਾਂਝ ਹੋ ਜਾਂਦੀ ਹੈ। ਪਰ ਉਸਦਾ ਪਤੀ ਉਸਦੇ ਅੰਦਰਲੇ ਜ਼ਖਮੀ ਭਾਵਾਂ ਦੇ ਤੂਫਾਨ ਨੂੰ ਕੀ ਹੈ, ਸਮਝਣ ਤੋਂ ਅਸਮਰੱਥ ਹੈ ਤੇ ਉਸਨੂੰ ਧੀਰਜ ਦੇਣ ਦੀ ਥਾਂ ਉਹ ਕਲੱਬ ਚੱਲਣ ਦੇ ਲਈ ਕਹਿੰਦਾ ਹੈ। ਕਹਿੰਦੇ ਫਿਰ ਉਸਦੀਆਂ ਰੋ ਰੋ ਕੇ ਲਾਲ ਹੋਈਆਂ ਅੱਖਾਂ ਨੂੰ ਵੀ ਉਹ ਸਵੇਰ ਦੀ ਟੈਨਸ਼ਨ ਆਖ ਕੇ ਅਣਗੌਲਿਆਂ ਕਰ ਦਿੰਦਾ ਹੈ। ਉਹ ਇੱਕ ਪਥਰਾਇਆ ਜਜ਼ਬਿਆਂ ਵਾਲਾ ਮਨੁੱਖ ਜਾਪਦਾ ਹੈ। ਪ੍ਰਤੂਲ ਰਜਨੀ ਦੇ ਪਤੀ ਦਾ ਨਾਮ ਹੈ। ਕਹਿੰਦੇ ਉਸਨੂੰ ਫਿਰ ਉਹ ਇੱਕ ਪੱਥਰ ਦਿਲ ਇਨਸਾਨ ਜਾਪਦਾ ਹੈ, ਜਿਸਨੂੰ ਇਹ ਵੀ ਅਹਿਸਾਸ ਨਹੀਂ ਕਿ ਉਸਦੀ ਪ੍ਰੇਮਿਕਾ ਪਤਨੀ ਰਜਨੀ ਨੂੰ ਆਪਣੀ ਜਨਮ ਲੈਣ ਵਾਲੀ ਧੀ ਦੀ ਕੁੱਖ ਦੇ ਵਿੱਚ ਕਤਲ ਕਰਵਾ ਕੇ ਹੀ ਸਦਮਾ ਪਹੁੰਚਿਆ ਹੈ। ਸੋ ਇਸ ਤਰ੍ਹਾਂ ਉਸਦੀ ਪਤਨੀ ਉਸਦੇ ਨਾਲ ਹੀਨ ਅਤੇ ਵਸਤੂ ਹੋਂਦ ਵਾਲਾ ਹੀ ਜੀਵਨ ਗੁਜ਼ਾਰਦੀ ਹੈ। ਹੀਨ ਮਤਲਬ ਨੀਵਾਂ, ਵਸਤੂ ਹੋਂਦ ਮਤਲਬ ਇੱਕ ਵਸਤੂਆਂ ਦੀ ਤਰ੍ਹਾਂ ਜੀਵਨ ਗੁਜ਼ਾਰਨਾ, ਜਿਵੇਂ ਕੋਈ ਉਹ ਇੱਕ ਵਸਤੂ ਹੋਵੇ। ਸੋ ਇਸ ਪ੍ਰਕਾਰ ਕਹਿੰਦੇ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਅੱਜ ਦੇ ਬਹੁਤ ਚਰਚਿਤ ਮੁੱਦੇ ਭਰੂਣ ਹੱਤਿਆ ਨੂੰ ਹੀ ਫੋਕਸ ਦੇ ਵਿੱਚ ਲਿਆਉਣ ਦੇ ਨਾਲ ਨਾਲ ਆਧੁਨਿਕ ਆਖੇ ਜਾਣ ਵਾਲੇ ਸਮਾਜ ਦੇ ਵਿੱਚ ਮਰਦ ਦੀ ਹੀ ਧੌਂਸ ਅਤੇ ਸਰਦਾਰੀ ਦੇ ਹਵਾਲੇ ਦੇ ਨਾਲ ਕਹਿਣ ਮਤਲਬ ਮਰਦ ਦੀ ਜ਼ਿਆਦਤੀ, ਔਰਤ ਨੂੰ ਇੱਕ ਵਸਤੂ ਸਮਝਣਾ, ਠੀਕ ਹੈ, ਇਸ ਤਰ੍ਹਾਂ ਦਾ ਜੋ ਵਿਵਹਾਰ ਹੈ ਉਹ ਦਿਖਾਇਆ ਗਿਆ ਹੈ। ਤੇ ਕਹਿੰਦੇ ਮਰਦ ਦੀ ਧੌਂਸ ਤੇ ਸਰਦਾਰੀ ਦੇ ਹਵਾਲੇ ਨਾਲ ਔਰਤ ਦੀ ਹੀਨ ਤੇ ਵਸਤੂ ਹੋਣ ਦਾ ਹੀ ਬਿਰਤਾਂਤ ਹੈ ਜੋ ਉਹ ਸਿਰਜਿਆ ਗਿਆ ਹੈ। ਸੋ ਇਸ ਪ੍ਰਕਾਰ ਇਹ ਸੀ ਇਸ ਕਹਾਣੀ ਦਾ ਵਿਸ਼ਾ, ਜੋ ਕਿ ਕਹਾਣੀ ਹੈ ਤ੍ਰਿਸ਼ਨਾ। ਹੁਣ ਆਪਾਂ ਇਸ ਕਹਾਣੀ ਨੂੰ ਪੂਰੇ ਸੰਖੇਪ ਦੇ ਵਿੱਚ ਪੜਾਂਗੇ, ਪੂਰੀ ਡਿਟੇਲ ਦੇ ਵਿੱਚ ਪੜਾਂਗੇ, ਜੋ ਕਿ ਇਸ ਪ੍ਰਕਾਰ ਹੈ। ਕਹਿੰਦੇ ਰਜਨੀ ਨੇ ਆਪਣੀ ਮਨਪਸੰਦ ਦੇ ਮੁੰਡੇ ਪ੍ਰਤੂਲ ਦੇ ਨਾਲ ਵਿਆਹ ਕਰਨ ਦੇ ਲਈ ਸਭ ਨੂੰ ਬੜੀ ਮੁਸ਼ਕਿਲ ਨਾਲ ਮਨਾ ਲਿਆ ਸੀ। ਉਸਨੇ ਬੜੇ ਚਾਵਾਂ ਨਾਲ ਵਿਆਹ ਕੀਤਾ। ਸੁਹਾਗ ਰਾਤ, ਹਨੀਮੂਨ, ਪ੍ਰਤੂਲ ਦੀ ਪੋਸਟਿੰਗ ਤੇ ਉਹਨਾਂ ਦਾ ਨਵਾਂ ਘਰ ਸਭ ਯਾਦਗਾਰੀ ਗੱਲਾਂ ਸਨ। ਫਿਰ ਉਸਨੇ ਮਾਂ ਬਣਨ ਦਾ ਫੈਸਲਾ ਕੀਤਾ ਤੇ ਉਸਦੀ ਗੋਦ ਭਰ ਗਈ, ਪਰੰਤੂ ਉਸਦੇ ਪਤੀ ਨੇ ਇਹ ਜਾਣਨ ਲਈ ਕਿ ਉਸਦੇ ਪੇਟ ਦੇ ਵਿੱਚ ਬੇਟਾ ਹੈ ਜਾਂ ਬੇਟੀ ਸਕਰੀਨ ਕਰਾਉਣ ਦੀ ਰੱਟ ਲਗਾਉਣੀ ਸ਼ੁਰੂ ਕਰ ਦਿੱਤੀ। ਕਹਿੰਦੇ ਪਤੀ ਦੀ ਜਿੱਦ ਅੱਗੇ ਥੱਕ ਹਾਰ ਕੇ ਉਸਨੇ ਸਕਰੀਨਿੰਗ ਕਰਾਈ ਤੇ ਪਤਾ ਲੱਗਾ ਕਿ ਉਸਦੇ ਪੇਟ ਵਿੱਚ ਬੇਟੀ ਹੈ, ਜਿਸ ਦੇ ਬਾਰੇ ਜਾਣ ਕੇ ਪ੍ਰਤੂਲ ਦਾ ਮੂੰਹ ਉਤਰ ਗਿਆ, ਜਦੋਂ ਕਿ ਰਜਨੀ ਤਾਂ ਬੇਟੀ ਦੀ ਹੀ ਉਡੀਕ ਕਰ ਰਹੀ ਸੀ, ਜੋ ਆਪਣੇ ਵੀਰੇ ਨੂੰ ਖਿਡਾਇਆ ਕਰੇਗੀ ਅਤੇ ਵੀਰੇ ਦੀਆਂ ਘੋੜੀਆਂ ਗਾਵੇਗੀ। ਪਰੰਤੂ ਪ੍ਰਤੂਲ ਸਫਾਈ ਕਰਨ ਲਈ ਜ਼ਿੱਦ ਕਰਨ ਲੱਗ ਪਿਆ। ਕਹਿੰਦੇ ਰਜਨੀ ਨੇ ਬਥੇਰਾ ਕਿਹਾ ਕਿ ਉਹ ਇੱਕ ਵਾਰ ਹੋਰ ਉਡੀਕ ਕਰ ਲਵੇ, ਅਗਲਾ ਬੱਚਾ ਉਹ ਬੇਟਾ ਪੈਦਾ ਕਰ ਲੈਣਗੇ। ਪਰੰਤੂ ਪ੍ਰਤੂਲ ਨੇ ਗੁੱਸੇ ਦੇ ਨਾਲ ਕਿਹਾ ਕਿ ਜੇਕਰ ਅੱਗੋਂ ਫੇਰ ਬੇਟੀ ਆ ਗਈ, ਇਸਦਾ ਰਜਨੀ ਕੋਲ ਸਿਵਾਏ ਅਥਰੂਆਂ ਦੇ ਕੋਈ ਉੱਤਰ ਨਾ ਹੁੰਦਾ। ਕਹਿੰਦੇ ਉਹ ਹੱਥ ਜੋੜ ਕੇ ਕਹਿੰਦੀ ਕਿ ਉਸਨੂੰ ਉਸ ਬੇਟੀ ਨਾਲ ਪਿਆਰ ਹੋ ਗਿਆ ਹੈ। ਕਹਿੰਦੇ ਪਰੰਤੂ ਜੋ ਪ੍ਰਤੂਲ ਹੈ ਉਹ ਇਸਦੀ ਇੱਕ ਨਾ ਸੁਣਦਾ। ਆਖਿਰ ਉਹ ਆਪ ਬਿਨਾਂ ਰਜਨੀ ਦੀ ਰਜਾਮੰਦੀ ਤੋਂ ਵੈਲਫੇਅਰ ਸੈਂਟਰ ਤੋਂ ਤਰੀਕ ਲੈ ਆਇਆ ਤੇ ਰਜਨੀ ਹਥਿਆਰ ਸੁੱਟ ਕੇ ਵੈਲਫੇਅਰ ਸੈਂਟਰ ਜਾ ਪੁੱਜੀ ਤੇ ਲੇਡੀ ਡਾਕਟਰ ਨੇ ਉਸਦੇ ਨਾਲ ਵਿਵਹਾਰਿਕ ਗੱਲਾਂ ਕਰਦਿਆਂ ਉਸਦੇ 8 ਹਫ਼ਤੇ ਦੇ ਗਰਭਪਾਤ ਦੀ ਵੈਕਿਊਮ ਕਰਨ ਦੇ ਵਾਂਗ, ਜਿਵੇਂ ਆਪਾਂ ਵੈਕਿਊਮ ਕਲੀਨਰ ਰੱਖਦੇ ਹਾਂ ਘਰ ਦੇ ਵਿੱਚ ਕਰਨ ਦੇ ਵਾਂਗ, ਕਹਿੰਦੇ ਉਸਦੀ ਸਫਾਈ ਕਰ ਦਿੱਤੀ। ਪਰੰਤੂ ਰਜਨੀ ਨੇ ਉਸਨੂੰ ਦੱਸਿਆ ਕਿ ਉਹ ਜੋ ਕੁਝ ਕਰਾਉਣ ਲੱਗੀ ਹੈ ਕੰਮ ਤੋਂ ਉਸਨੂੰ ਨਫ਼ਰਤ ਹੈ ਤੇ ਉਹ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦੀ ਹੈ। ਉਸਨੇ ਤਾਂ ਕਹਿੰਦੇ ਉਸਦਾ ਨਾਮ ਵੀ ਰੱਖ ਦਿੱਤਾ ਹੈ ਤ੍ਰਿਸ਼ਨਾ। ਲੇਡੀ ਡਾਕਟਰ ਨੇ ਉਸਨੂੰ ਧਰਵਾਸ ਦਿੱਤਾ ਕਿ ਇਸ ਤੋਂ ਮਗਰੋਂ ਉਹ ਡਰ ਨਾ ਰੱਖੇ, ਕਿਉਂਕਿ ਉਸਦੇ ਕੋਈ ਬੱਚਾ ਨਹੀਂ ਹੋਵੇਗਾ। ਗਰਭ ਤੋਂ ਛੁਟਕਾਰਾ ਪਾਉਣ ਦਾ ਇਹੀ ਇੱਕ ਸੁਰੱਖਿਅਤ ਤਰੀਕਾ ਹੈ। ਕਹਿੰਦੇ ਰਜਨੀ ਪ੍ਰਤੂਲ ਦੇ ਬਾਰੇ ਸੋਚ ਰਹੀ ਸੀ, ਜੋ ਕਿ ਕਚਹਿਰੀ ਦੇ ਵਿੱਚ ਨਵਾਂ ਮੈਜਿਸਟ੍ਰੇਟ ਬਣਿਆ ਸੀ ਤੇ ਇਨਸਾਫ ਦਾ ਰਖਵਾਲਾ ਬਣ ਕੇ ਲੋਕਾਂ ਦੇ ਮੁਕੱਦਮੇ ਸੁਣਦਾ ਸੀ। ਪਰ ਕਹਿੰਦੇ ਉਸਨੇ ਉਸਦੀ ਇੱਕ ਨਹੀਂ ਸੀ ਸੁਣੀ। ਸ਼ਾਮ ਵੇਲੇ ਜਦੋਂ ਉਹ ਕਹਿੰਦੇ ਘਰ ਪਰਤਿਆ ਤਾਂ ਰਜਨੀ ਵੈਲਫੇਅਰ ਸੈਂਟਰ ਤੋਂ ਵਿਹਲੀ ਹੋ ਕੇ ਘਰ ਆ ਗਈ ਸੀ। ਉਸਨੇ ਰਜਨੀ ਨੂੰ ਪਿਆਰ ਕੀਤਾ ਤੇ ਉਹ ਬੜਾ ਖੁਸ਼ ਸੀ। ਚਾਹ ਪੀ ਕੇ ਕੱਪੜੇ ਬਦਲਣ ਤੋਂ ਮਗਰੋਂ ਉਸਨੇ ਰਜਨੀ ਨੂੰ ਆਪਣੇ ਨਾਲ ਕਲੱਬ ਜਾਣ ਲਈ ਕਿਹਾ, ਪਰੰਤੂ ਰਜਨੀ ਨੇ ਉਸਨੂੰ ਕਿਹਾ ਕਿ ਅੱਜ ਉਹ ਇਕੱਲਾ ਹੀ ਹੋ ਆਵੇ। ਰਜਨੀ ਕਲੱਬ ਨਾ ਗਈ, ਪਰ ਉਦਾਸ ਜਿਹੀ ਲੌਨ ਦੇ ਵਿੱਚ ਬੈਠ ਕੇ ਆਕਾਸ਼ ਵੱਲ ਵੇਖਣ ਲੱਗ ਪਈ। ਉਸਨੂੰ ਜਾਪਿਆ ਜਿਵੇਂ ਕੋਈ ਨਗਮਾ ਹਵਾ ਦੇ ਵਿੱਚ ਤਰ ਰਿਹਾ ਹੋਵੇ ਤੇ ਝਿਲਮਿਲ ਕਰਦੀ ਕੋਈ ਕਿਰਨ ਡੁੱਬ ਰਹੀ ਸੂਰਜ ਦੇ ਵਿੱਚ ਕੀ ਹੈ ਵਿਲੀਨ ਹੋ ਰਹੀ ਹੈ। ਫਿਰ ਉਹ ਉੱਠ ਕੇ ਕਮਰੇ ਵਿੱਚ ਜਾ ਕੇ ਪਲੰਘ ਉੱਤੇ ਜਾ ਪਈ ਤੇ ਸਾਹਮਣੇ ਕੰਧ ਉੱਤੇ ਲੱਗੇ ਕੈਲੰਡਰ ਦੇ ਵਿੱਚ ਗੁਲਾਬੀ ਗੱਲਾਂ ਵਾਲੇ ਖਿੜਖਿੜ ਕਰ ਰਹੇ ਬੱਚੇ ਨੂੰ ਦੇਖ ਕੇ ਉਹ ਫੁੱਟ ਕੇ ਰੋਣ ਲੱਗੀ ਤੇ ਆਪਣੀ ਤ੍ਰਿਸ਼ਨਾ ਨੂੰ ਮੁੜ ਪੁਕਾਰਦੀ ਹੋਈ ਉਹ ਕਹਿ ਰਹੀ ਸੀ ਕਿ ਮੇਰੀ ਬੇਟੀ ਤੂੰ ਮੈਨੂੰ ਮਾਫ਼ ਕਰ ਦੇ।
ਉਹ ਉਸ ਨੂੰ ਜਿਹੜੀ ਮਰਜ਼ੀ ਸਜ਼ਾ ਦੇਵੇ ਪਰ ਉਸ ਨੂੰ ਇੱਕ ਵਾਰ ਅੰਮੀ ਕਹਿ ਕੇ ਪੁਕਾਰੇ। ਕਹਿੰਦੇ ਇਸ ਤਰ੍ਹਾਂ ਉਹ ਬੇਚੈਨ ਹੋਈ ਕੁਰਲਾ ਰਹੀ ਸੀ। ਇੰਨੇ ਨੂੰ ਬਾਹਰੋਂ ਪਰਤੂਲ ਆ ਗਿਆ। ਰਜਨੀ ਨੇ ਗੁਸਲਖਾਨੇ ਵਿੱਚ ਜਾ ਕੇ ਆਪਣੀਆਂ ਅੱਖਾਂ ਦੇ ਉੱਤੇ ਪਾਣੀ ਦੇ ਛਿੱਟੇ ਮਾਰੇ ਤੇ ਪਰਤੂਲ ਨੇ ਉਸ ਦੀਆਂ ਅੱਖਾਂ ਦੇ ਲਾਲ ਹੋਣ ਦਾ ਕਾਰਨ ਉਸਦੀ ਸਵੇਰ ਦੀ ਟੈਨਸ਼ਨ ਸਮਝਿਆ। ਇਸ ਪਿੱਛੋਂ ਜਾਪਦਾ ਸੀ ਕਿ ਕੁਦਰਤ ਨੇ ਦੋਹਾਂ ਨੂੰ ਮਾਫ਼ ਨਹੀਂ ਸੀ ਕੀਤਾ। ਕਹਿੰਦੇ 5 ਵਰ੍ਹੇ ਬੀਤ ਗਏ। ਰਜਨੀ ਮਾਂ ਨਾ ਬਣ ਸਕੀ, ਨਾ ਹੀ ਉਹ ਆਪਣੀ ਬੱਚੀ ਨੂੰ ਭੁਲਾ ਸਕੀ। ਠੀਕ ਉਸ ਦਿਨ ਜਦੋਂ ਉਸਨੇ ਸਫਾਈ ਕਰਾਈ ਸੀ, ਰਜਨੀ ਹਰ ਵਰ੍ਹੇ ਪੂਜਾ ਪਾਠ ਕਰਾਉਂਦੀ ਤੇ ਬੱਚਿਆਂ ਦੇ ਵਿੱਚ ਮਿਠਾਈਆਂ, ਫਲ ਤੇ ਕੱਪੜੇ ਵੰਡਦੀ ਬਹੁਤ ਉਦਾਸ ਰਹਿੰਦੀ। ਅੰਤ ਉਸਨੇ ਕਾਰਪੋਰੇਸ਼ਨ ਦੇ ਵਿੱਚ ਨੌਕਰੀ ਕਰ ਲਈ ਤਾਂ ਜੋ ਪੜ੍ਹਾਉਣ ਦੇ ਨਾਲ ਨਾਲ ਉਸਦਾ ਜੋ ਮਨ ਹੈ ਉਹ ਪਰਚਿਆ ਰਹੇ। ਸਕੂਲ ਦੀ ਹਰ ਟੀਚਰ ਤੋਂ ਵੱਧ ਪੜ੍ਹੀ ਲਿਖੀ ਹੋਣ ਕਰਕੇ ਉਸ ਨੂੰ ਜਲਦੀ ਹੀ ਸਕੂਲ ਦੀ ਮੁੱਖ ਅਧਿਆਪਕਾ ਹੈ ਜੋ ਉਹ ਬਣ ਬੈਠੀ ਤੇ ਉਸਨੇ ਸਾਰਾ ਸਕੂਲ ਦਾ ਪ੍ਰਬੰਧ ਹੈ ਜੋ ਉਹ ਸੰਭਾਲ ਲਿਆ। ਕਹਿੰਦੇ ਬੱਚਿਆਂ ਦੇ ਦਾਖਲੇ ਸਮੇਂ ਇੱਕ ਦਿਨ ਦਿਲਚਸਪ ਘਟਨਾ ਵਾਪਰੀ। ਕੋਈ ਮਾਤਾ ਪਿਤਾ ਆਪਣੀ ਬੱਚੀ ਨੂੰ ਦਾਖਲ ਕਰਾਉਣ ਆਏ ਜੋ ਕਿ ਬਹੁਤ ਹੀ ਖੂਬਸੂਰਤ ਸੀ, ਪਰੰਤੂ ਉਸਦਾ ਨਾਮ ਸੋਹਣਾ ਨਹੀਂ ਸੀ। ਰਜਨੀ ਨੇ ਕਿਹਾ ਕਿ ਜੇਕਰ ਉਹ ਬੱਚੀ ਦਾ ਨਾਮ ਬਦਲਣਾ ਚਾਹੁਣ ਤਾਂ ਉਹ ਹੁਣ ਵੇਲਾ ਹੈ, ਉਹ ਬਦਲ ਸਕਦੇ ਹਨ। ਸਕੂਲ ਦੇ ਰਜਿਸਟਰ ਤੇ ਇੱਕ ਵਾਰੀ ਚੜ੍ਹਿਆ ਨਾਂ ਸਾਰੀ ਉਮਰ ਚੱਲੇਗਾ। ਕਹਿੰਦੇ ਉਸਦੀ ਗੱਲ ਸੁਣ ਕੇ ਮਾਤਾ ਪਿਤਾ ਇੱਕ ਦੂਜੇ ਵੱਲ ਵੇਖਣ ਲੱਗੇ, ਪਰੰਤੂ ਉਹਨਾਂ ਨੂੰ ਕੋਈ ਨਾਂ ਸੁੱਝ ਨਹੀਂ ਸੀ ਰਿਹਾ। ਬੱਚੀ ਦੀ ਮਾਂ ਨੇ ਰਜਨੀ ਨੂੰ ਪੁੱਛਿਆ ਕਿ ਉਸਦੀ ਬੱਚੀ ਦਾ ਨਾਂ ਕੀ ਹੈ। ਰਜਨੀ ਨੇ ਜਦੋਂ ਦੱਸਿਆ ਕਿ ਉਸਦਾ ਨਾਮ ਤ੍ਰਿਸ਼ਨਾ ਹੈ ਤਾਂ ਉਹਨਾਂ ਨੇ ਕਿਹਾ ਕਿ ਉਹ ਵੀ ਉਸਦਾ ਨਾਮ ਤ੍ਰਿਸ਼ਨਾ ਹੀ ਦਰਜ ਕਰ ਲਵੇ। ਇਸ ਤਰ੍ਹਾਂ ਉਸ ਕੁੜੀ ਦਾ ਨਾਮ ਤ੍ਰਿਸ਼ਨਾ ਨਾਂ ਹੇਠ ਦਾਖਲਾ ਹੋ ਗਿਆ। ਸੋ ਇਸ ਪ੍ਰਕਾਰ ਕਹਿੰਦੇ ਮੁੱਖ ਅਧਿਆਪਕਾ ਰਜਨੀ ਦੀ ਇਹ ਆਦਤ ਹੀ ਬਣ ਗਈ ਸੀ ਕਿ ਦਾਖਲ ਕਰਨ ਵੇਲੇ ਉਸ ਨੂੰ ਜਿਸ ਬੱਚੀ ਦਾ ਨਾਮ ਨਾ ਜੱਚਦਾ ਉਹ ਉਸਦੇ ਮਾਪਿਆਂ ਨੂੰ ਕਹਿੰਦੀ ਕਿ ਜੇਕਰ ਬੱਚੀ ਦਾ ਨਾਮ ਬਦਲਣਾ ਚਾਹੁੰਦੇ ਹਨ ਤਾਂ ਬਦਲ ਕੇ ਉਹ ਸਕੂਲ ਦੇ ਰਜਿਸਟਰਾਰ ਦੇ ਵਿੱਚ ਦਰਜ ਨਾਂ ਸਾਰੀ ਉਮਰ ਚੱਲੇਗਾ। ਅਕਸਰ ਮਾਪੇ ਮੁੱਖ ਅਧਿਆਪਕਾ ਦੇ ਸਤਿਕਾਰ ਵਜੋਂ ਉਸ ਨੂੰ ਆਪਣੀ ਮਰਜ਼ੀ ਦਾ ਹੀ ਨਾਮ ਲਿਖਣ ਨੂੰ ਕਹਿ ਦਿੰਦੇ। ਕਹਿੰਦੇ ਉਹ ਦਾਖਲ ਹੋਣ ਵਾਲੀ ਨਵੀਂ ਬੱਚੀ ਦਾ ਨਾਮ ਤ੍ਰਿਸ਼ਨਾ ਹੀ ਦਰਜ ਕਰ ਲੈਂਦੀ। ਕਹਿੰਦੇ ਇਹ ਕਰਦੇ ਕਰਦੇ ਸਕੂਲ ਦੀ ਬਹੁਤ ਸਾਰੀਆਂ ਕੁੜੀਆਂ ਦਾ ਨਾਮ ਤ੍ਰਿਸ਼ਨਾ ਦਰਜ ਹੋ ਗਿਆ ਤੇ ਉਹ ਇਸ ਤਰ੍ਹਾਂ ਹਰ ਕਲਾਸ ਦੇ ਵਿੱਚ ਇੱਕ ਤੋਂ ਵੱਧ ਕੁੜੀਆਂ ਦੇ ਨਾਮ ਤ੍ਰਿਸ਼ਨਾ ਸਨ ਜੋ ਕਿ ਸਭ ਰਜਨੀ ਦੀਆਂ ਹੀ ਬੇਟੀਆਂ ਸਨ। ਜਦੋਂ ਉਹ ਕਿਸੇ ਨੂੰ ਤ੍ਰਿਸ਼ਨਾ ਕਹਿ ਕੇ ਪੁਕਾਰਦੀ ਤਾਂ ਉਸਦਾ ਵਾਤਸਲਯ ਡੁੱਲ ਡੁੱਲ ਪੈਂਦਾ ਤੇ ਉਸਦੇ ਮੂੰਹ ਵਿੱਚ ਮਾਖਿਓਂ ਦਾ ਸਵਾਦ ਘੁੱਲ ਜਾਂਦਾ ਸੀ। ਮਾਖਿਓਂ ਮਤਲਬ ਮੱਖਣ ਦੀ ਤਰ੍ਹਾਂ, ਸ਼ਹਿਦ ਦੀ ਤਰ੍ਹਾਂ ਜਿਹੜਾ ਸਵਾਦ ਸੀ ਉਹ ਘੁੱਲ ਜਾਂਦਾ ਸੀ। ਸੋ ਇਸ ਪ੍ਰਕਾਰ ਇਹ ਕਹਾਣੀ ਸੀ ਤ੍ਰਿਸ਼ਨਾ। ਜੇਕਰ ਆਪਾਂ ਇਸ ਸਿਰਲੇਖ ਦੀ ਗੱਲ ਕਰੀਏ ਕਿ ਇਸ ਕਹਾਣੀ ਦਾ ਨਾਮ ਤ੍ਰਿਸ਼ਨਾ ਕਿਉਂ ਹੈ, ਇਹੀ ਜੋ ਢੁਕਵਾਂ ਹੈ ਕਿਉਂ ਰਿਹਾ, ਤਾਂ ਇਸ ਦਾ ਸਿਰਲੇਖ ਕਹਿੰਦੇ ਇਸ ਦੀ ਮੁੱਖ ਪਾਤਰ ਰਜਨੀ ਦੀ ਉਸਦੇ ਪਤੀ ਦੀ ਜਿੱਦ ਕਾਰਨ ਗਰਭਪਾਤ ਰਾਹੀਂ ਕਤਲ ਕਰ ਦਿੱਤੀ ਗਈ ਧੀ ਤ੍ਰਿਸ਼ਨਾ ਦੇ ਨਾਮ ਦੇ ਉੱਤੇ ਹੀ ਆਧਾਰਿਤ ਹੈ। ਠੀਕ ਹੈ ਜੀ। ਕਹਿੰਦੇ ਕਹਾਣੀ ਦੇ ਆਰੰਭ ਦੇ ਵਿੱਚ ਹੀ ਅਣਜੰਮੀ ਧੀ ਤ੍ਰਿਸ਼ਨਾ ਦਾ ਗਰਭਪਾਤ ਰਾਹੀਂ ਖਾਤਮਾ ਕਰਨ ਦੀ ਤਿਆਰੀ ਨੇ ਇਸ ਕੰਮ ਨੂੰ ਨੇਪਰੇ ਚੜਾਉਣ ਨਾਲ ਹੁੰਦਾ ਹੈ। ਇਸ ਦੇ ਨਾਲ ਹੀ ਕੰਮ ਦੇ ਪਿਛੋਕੜ ਵਿੱਚ ਮੌਜੂਦ ਕਾਰਨਾਂ ਨੂੰ ਬੇਪਰਦ ਵੀ ਕੀਤਾ ਗਿਆ। ਕਹਾਣੀ ਦੇ ਮੱਧ ਦੇ ਵਿੱਚ ਗਰਭਪਾਤ ਰਾਹੀਂ ਤ੍ਰਿਸ਼ਨਾ ਦਾ ਅੰਤ ਕਰਨ ਤੋਂ ਮਗਰੋਂ ਰਜਨੀ ਦੀ ਮਾਨਸਿਕ ਪੀੜਾ, ਸੰਤਾਪ, ਗੁਨਾਹ, ਅਹਿਸਾਸ ਅਤੇ ਪਛਤਾਵੇ ਦੇ ਨਾਲ ਸੰਬੰਧਿਤ ਉਸਦੇ ਪ੍ਰੇਮੀ ਪਤੀ ਦੇ ਪਥਰਾਏ ਜਜ਼ਬਿਆਂ ਨੂੰ ਉਘਾੜਨ ਵਾਲੀਆਂ ਜੋ ਪ੍ਰਸਥਿਤੀਆਂ ਪੇਸ਼ ਕੀਤੀਆਂ ਗਈਆਂ ਨੇ। ਕਹਾਣੀ ਦੇ ਅੰਤ ਦੇ ਵਿੱਚ ਮੁੱਖ ਅਧਿਆਪਕਾ ਬਣੀ ਰਜਨੀ ਨੂੰ ਸਕੂਲ ਵਿੱਚ ਦਾਖਲ ਹੋਈਆਂ ਕੁੜੀਆਂ ਦੇ ਨਾਮ ਤ੍ਰਿਸ਼ਨਾ ਰੱਖ ਕੇ ਆਪਣੀ ਅਤ੍ਰਿਪਤ ਮਮਤਾ ਨੂੰ ਤ੍ਰਿਪਤ ਕਰਦੀ ਦੇਖਦੇ ਹਾਂ। ਸੋ ਇਸ ਤਰ੍ਹਾਂ ਗਰਭਪਾਤ ਦੇ ਦੁਆਰਾ ਖਤਮ ਕੀਤੀ ਗਈ ਉਸਦੀ ਧੀ ਤ੍ਰਿਸ਼ਨਾ ਇਸ ਕਹਾਣੀ ਦੀਆਂ ਸਾਰੀਆਂ ਪ੍ਰਸਥਿਤੀਆਂ ਅਤੇ ਘਟਨਾਵਾਂ 'ਤੇ ਛਾਈ ਰਹਿੰਦੀ ਹੈ, ਜਿਸ ਦੇ ਆਧਾਰ 'ਤੇ ਇਸ ਕਹਾਣੀ ਦਾ ਜਿਹੜਾ ਇਹ ਸਿਰਲੇਖ ਹੈ ਉਹ ਢੁਕਵਾਂ ਹੈ। ਠੀਕ ਹੈ। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਊਗੀ। ਓਕੇ ਜੀ, ਬਹੁਤ ਬਹੁਤ ਧੰਨਵਾਦ।